ਸਤਿ ਸ਼੍ਰੀ ਅਕਾਲ ਜੀ। ਜਦੋਂ ਤੱਕ ਇੱਕ ਔਰਤ ਬੱਚੇ ਨੂੰ ਜਨਮ ਦੇਣ ਦੀ ਤਕਲੀਫ ਤੋਂ ਨਹੀਂ ਗੁਜ਼ਰਦੀ, ਉਹ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰਦੀ ਆ। ਮੈਂ ਵੀ ਆਪਣੇ ਆਪ ਨੂੰ ਹਮੇਸ਼ਾ ਅਧੂਰਾ ਮਹਿਸੂਸ ਕਰਦੀ ਸੀ, ਕਿਉਂਕਿ ਵਿਆਹ ਦੇ 8 ਸਾਲ ਬਾਅਦ ਗੁਜ਼ਰ ਜਾਣ ਤੋਂ ਬਾਅਦ ਵੀ ਮੈਨੂੰ ਔਲਾਦ ਦੀ ਖੁਸ਼ੀ ਨਸੀਬ ਨਹੀਂ ਹੋਈ ਸੀ। ਕਦੇ ਕਦੇ ਤਾਂ ਲੱਗਦਾ ਸੀ ਕਿ ਮੇਰੀ ਸੁੰਨੀ ਗੋਦ ਕਦੇ ਨਹੀਂ ਭਰੇਗੀ, ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਕਦੇ ਨਹੀਂ ਆਉਣਗੀਆਂ, ਮੇਰੇ ਵਿਹੜੇ ਵਿੱਚ ਬੱਚੇ ਦੀਆਂ ਕਿਲਕਾਰੀਆਂ ਕਦੇ ਨਹੀਂ ਗੂੰਜਣਗੀਆਂ। ਮੈਂ ਹਰ ਸਮੇਂ ਔਲਾਦ ਦੀ ਖੁਸ਼ੀ ਲਈ ਤਰਸਦੀ ਰਹਿੰਦੀ। ਮੈਂ ਹਰ ਵੇਲੇ ਰੱਬ ਅੱਗੇ ਅਰਦਾਸ ਕਰਦੀ ਕਿ ਮੇਰੀ ਝੋਲੀ ਭਰ ਦੇ, ਮੈਨੂੰ ਵੀ ਮਾਂ ਬਣਨ ਦਾ ਸੁੱਖ ਦੇ ਦੇ। ਪਰ ਮੇਰੀਆਂ ਦੁਆਵਾਂ ਦਾ ਕੋਈ ਅਸਰ ਨਹੀਂ ਸੀ, ਮੇਰੀ ਝੋਲੀ ਖਾਲੀ ਹੀ ਸੀ। ਇਹ ਗੱਲ ਮੈਨੂੰ ਅੰਦਰ ਹੀ ਅੰਦਰ ਖਾਈ ਜਾ ਰਹੀ ਸੀ। ਜਦੋਂ ਮੈਂ ਆਪਣੇ ਪਤੀ ਰਣਦੀਪ ਵੱਲ ਵੇਖਦੀ ਤਾਂ ਮੈਨੂੰ ਹੋਰ ਵੀ ਦੁੱਖ ਹੁੰਦਾ ਸੀ। ਮੇਰਾ ਸਿੱਧਾ ਸਾਦਾ ਪਤੀ ਰਣਦੀਪ ਮੈਨੂੰ ਬਹੁਤ ਪਿਆਰ ਕਰਦਾ ਸੀ, ਪਰ ਉਹ ਸਾਡੇ ਅਧੂਰੇਪਨ 'ਤੇ ਖਾਮੋਸ਼ ਸੀ। ਉਸ ਨੇ ਕਦੇ ਵੀ ਮੈਨੂੰ ਕੋਈ ਤਾਨਾ ਨਹੀਂ ਦਿੱਤਾ ਸੀ, ਸਗੋਂ ਮੈਨੂੰ ਹਮੇਸ਼ਾ ਤਸੱਲੀ ਦਿੰਦਾ ਸੀ। ਮੈਂ ਜ਼ਿਆਦਾਤਰ ਆਪਣੇ ਕਮਰੇ ਵਿੱਚ ਹੀ ਬੰਦ ਰਹਿੰਦੀ ਸੀ। ਮੈਂ ਕਿਸੇ ਫੰਕਸ਼ਨ ਵਿੱਚ ਵੀ ਜਾਣਾ ਬੰਦ ਕਰ ਦਿੱਤਾ ਸੀ, ਕਿਉਂਕਿ ਜੇ ਜਾਂਦੀ ਤਾਂ ਉੱਥੇ ਸਭ ਬੱਚੇ ਬਾਰੇ ਹੀ ਪੁੱਛਦੇ। ਇਸ ਲਈ ਮੈਂ ਲੋਕਾਂ ਤੋਂ ਦੂਰੀ ਬਣਾ ਲਈ ਸੀ। ਮੇਰੇ ਔਲਾਦ ਨਾ ਹੋਣ ਕਰਕੇ ਮੈਂ ਆਪਣੀ ਸੱਸ ਦੀਆਂ ਨਜ਼ਰਾਂ ਵਿੱਚ ਖਟਕਦੀ ਰਹਿੰਦੀ। ਜਿੱਥੋਂ ਤੱਕ ਹੋ ਸਕਦਾ ਰਣਦੀਪ ਮੈਨੂੰ ਆਪਣੀ ਮਾਂ ਦੇ ਤਾਨਿਆਂ ਤੋਂ ਬਚਾਉਂਦੇ ਰਹਿੰਦੇ, ਪਰ ਜਿਵੇਂ ਹੀ ਉਹ ਘਰੋਂ ਚਲੇ ਜਾਂਦੇ, ਮੇਰੀ ਸੱਸ ਮੈਨੂੰ ਬਾਂਝ ਕਹਿ ਕੇ ਮੇਰਾ ਜਿਉਣਾ ਹਰਾਮ ਕਰ ਦਿੰਦੀ। ਉਹ ਚਾਹੁੰਦੀ ਸੀ ਕਿ ਰਣਦੀਪ ਮੈਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਵਾ ਲੈਣ, ਪਰ ਮੇਰਾ ਪਤੀ ਮੈਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਮੇਰੀ ਸੱਸ ਮੈਨੂੰ ਉੱਠਦੇ ਬੈਠਦੇ ਜਾਦੂਗਰਨੀ ਕਹਿੰਦੀ ਕਿ ਪਤਾ ਨਹੀਂ ਮੈਂ ਉਹਨਾਂ ਦੇ ਮੁੰਡੇ 'ਤੇ ਕੀ ਜਾਦੂ ਕੀਤਾ ਹੋਇਆ, ਬੱਚਾ ਵੀ ਨਹੀਂ ਦੇ ਸਕੀ। ਮੇਰੀ ਸੱਸ ਦੀਆਂ ਅਜਿਹੀਆਂ ਗੱਲਾਂ ਮੇਰਾ ਦਿਲ ਜਲਾ ਕੇ ਰੱਖ ਦਿੰਦੀਆਂ। ਬੱਚੇ ਦਾ ਹੋਣਾ ਨਾ ਹੋਣਾ ਮੇਰੇ ਹੱਥ ਵਿੱਚ ਨਹੀਂ ਸੀ, ਪਰ ਇਹ ਗੱਲ ਮੇਰੀ ਸੱਸ ਨੂੰ ਕੌਣ ਸਮਝਾਵੇ। ਉਸ ਦੀ ਨਜ਼ਰ ਵਿੱਚ ਮੈਂ ਹੀ ਕਸੂਰਵਾਰ ਸੀ। ਮੇਰੇ ਦਿਓਰ ਦਾ ਵਿਆਹ ਹੋਇਆ ਤਾਂ ਪਹਿਲੇ ਸਾਲ ਹੀ ਦਰਾਣੀ ਦੀ ਗੋਦ ਭਰ ਗਈ। ਫਿਰ ਕੀ ਸੀ, ਮੇਰੀ ਸੱਸ ਦਰਾਣੀ ਨੂੰ ਹੱਥ ਦਾ ਛਾਲਾ ਬਣਾ ਕੇ ਰੱਖਦੀ। ਮੈਂ ਸਾਰਾ ਦਿਨ ਕੰਮ ਕਰਦੀ ਰਹਿੰਦੀ, ਆਪਣੀ ਦਰਾਣੀ ਦੀ ਸੇਵਾ ਵੀ ਕਰਦੀ। ਉਹ ਤਾਂ ਬੱਚਾ ਪੈਦਾ ਕਰਕੇ ਮਹਾਰਾਣੀ ਬਣ ਗਈ ਸੀ। ਜੇ ਮੈਂ ਕਦੇ ਉਸ ਦੇ ਬੱਚੇ ਨੂੰ ਪਿਆਰ ਨਾਲ ਚੁੱਕਦੀ ਵੀ ਤਾਂ ਉਹ ਮੈਨੂੰ ਨਫ਼ਰਤ ਭਰੇ ਲਹਿਜੇ ਨਾਲ ਦੇਖਦੀ, ਕਹਿੰਦੀ ਕਿ ਤੇਰਾ ਮਨਹੂਸ ਸਾਇਆ ਮੇਰੇ ਬੱਚੇ 'ਤੇ ਨਹੀਂ ਪੈਣਾ ਚਾਹੀਦਾ। ਘੱਟੋ ਘੱਟ ਮੈਨੂੰ ਆਪਣੀ ਦਰਾਣੀ ਤੋਂ ਤਾਂ ਇਹ ਉਮੀਦ ਨਹੀਂ ਸੀ। ਜਦੋਂ ਮੈਂ ਉਸ ਦੇ ਛੋਟੇ ਮੋਟੇ ਕੰਮ ਕਰਦੀ, ਉਦੋਂ ਤਾਂ ਮੈਂ ਮਨਹੂਸ ਨਹੀਂ ਲੱਗਦੀ ਸੀ। ਇੱਕ ਦਿਨ ਮੇਰੀ ਦਰਾਣੀ ਬਾਥਰੂਮ ਵਿੱਚ ਨਹਾ ਰਹੀ ਸੀ ਕਿ ਉਸ ਦਾ ਬੱਚਾ ਰੋਣ ਲੱਗ ਗਿਆ, ਤਾਂ ਮੈਂ ਉਸ ਨੂੰ ਚੁੱਕ ਕੇ ਚੁੱਪ ਕਰਾਉਣ ਲੱਗੀ। ਉਹ ਵੀ ਮੇਰੀ ਗੋਦ ਵਿੱਚ ਆ ਕੇ ਚੁੱਪ ਕਰ ਗਿਆ। ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਦਰਾਣੀ ਇੰਨਾ ਵੱਡਾ ਹੰਗਾਮਾ ਸ਼ੁਰੂ ਕਰ ਦੇਵੇਗੀ। ਜਦੋਂ ਉਹ ਬਾਥਰੂਮ ਤੋਂ ਨਿਕਲ ਕੇ ਬਾਹਰ ਆਈ ਤਾਂ ਬੱਚੇ ਨੂੰ ਮੇਰੀ ਗੋਦ ਵਿੱਚ ਵੇਖ ਕੇ ਰੌਲਾ ਪਾਉਣ ਲੱਗੀ। ਉਹ ਮੇਰੇ 'ਤੇ ਘਟੀਆ ਇਲਜ਼ਾਮ ਲਗਾਉਂਦੇ ਹੋਏ ਕਹਿਣ ਲੱਗੀ ਕਿ ਇਹ ਮੇਰੇ ਬੱਚੇ ਨੂੰ ਗਲਾ ਦਬਾ ਕੇ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਆਪ ਤਾਂ ਮਾਂ ਨਹੀਂ ਬਣ ਸਕੀ, ਮੈਥੋਂ ਮੇਰਾ ਬੱਚਾ ਖੋਣਾ ਚਾਹੁੰਦੀ ਆ। ਫਿਰ ਕੀ ਸੀ, ਮੇਰੀ ਸੱਸ ਨੇ ਆਸਾ ਨਾ ਦੇਖਿਆ ਨਾ ਪਾਸਾ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਵੀ ਕਿ ਮੈਂ ਤਾਂ ਬੱਚੇ ਨੂੰ ਚੁੱਪ ਹੀ ਕਰਵਾ ਰਹੀ ਸੀ, ਪਰ ਮੇਰੀ ਸੱਸ ਕਿਸੇ ਦੀ ਨਾ ਸੁਣੀ। ਮੈਂ ਸਭ ਦੀਆਂ ਨਜ਼ਰਾਂ ਵਿੱਚ ਮੁਜਰਿਮ ਬਣ ਗਈ। ਮੇਰੀ ਸੱਸ ਨੇ ਮੈਨੂੰ ਧੱਕੇ ਮਾਰ ਮਾਰ ਕੇ ਬਾਹਰ ਕੱਢ ਦਿੱਤਾ। ਮੈਂ ਦਰਵਾਜ਼ੇ 'ਤੇ ਬੈਠ ਕੇ ਰੋਣ ਲੱਗੀ। ਜਦੋਂ ਸ਼ਾਮ ਨੂੰ ਰਣਬੀਰ ਆਇਆ ਤਾਂ ਮੇਰੀ ਸੱਸ ਨੇ ਸਾਰੀ ਗੱਲ ਵਧਾ ਚੜ੍ਹਾ ਕੇ ਉਸ ਨੂੰ ਦੱਸੀ, ਪਰ ਰਣਦੀਪ ਮੈਨੂੰ ਚੰਗੀ ਤਰ੍ਹਾਂ ਜਾਣਦੇ ਸੀ। ਇਸ ਲਈ ਆਪਣੀ ਮਾਂ ਦੀਆਂ ਗੱਲਾਂ ਵਿੱਚ ਆਉਣ ਦੀ ਬਜਾਏ ਰਣਦੀਪ ਨੇ ਕਿਹਾ, ਆਪਣਾ ਦੋਨਾਂ ਦਾ ਸਮਾਨ ਬੰਨ੍ਹ ਲੈ ਤੇ ਹੁਣੇ ਹੀ ਘਰ ਛੱਡ ਕੇ ਚੱਲਦੇ ਹਾਂ। ਰਣਦੀਪ ਦੀ ਗੱਲ ਸੁਣ ਮੇਰੀ ਸੱਸ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਰਣਦੀਪ ਦੀਆਂ ਮਿੰਨਤਾਂ ਕਰਨ ਲੱਗੀ ਕਿ ਬੇਟਾ ਘਰ ਛੱਡ ਕੇ ਨਾ ਜਾ, ਪਰ ਰਣਦੀਪ ਨੇ ਕਿਹਾ, ਬਸ ਕਰ ਮਾਂ, ਕਿੰਨੇ ਇਲਜ਼ਾਮ ਮੇਰੀ ਪਤਨੀ 'ਤੇ ਲਾਵੇਂਗੀ। ਮੰਨਿਆ ਕਿ ਉਹ ਆਪ ਮਾਂ ਨਹੀਂ ਬਣ ਸਕਦੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਦੂਸਰੇ ਦੇ ਬੱਚੇ ਨੂੰ ਜਾਨ ਤੋਂ ਮਾਰ ਦੇਵੇਗੀ। ਮੈਂ ਆਪਣੀ ਪਤਨੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੀ। ਮੈਨੂੰ ਉਸ 'ਤੇ ਪੂਰਾ ਵਿਸ਼ਵਾਸ ਆ। ਫਿਰ ਅਸੀਂ ਆਪਣਾ ਸਮਾਨ ਲਿਆ ਤੇ ਘਰ ਛੱਡ ਕੇ ਆ ਗਏ। ਅਸੀਂ ਇੱਕ ਛੋਟਾ ਜਿਹਾ ਘਰ ਕਿਰਾਏ 'ਤੇ ਲੈ ਲਿਆ ਤੇ ਅਸੀਂ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ। ਪਰ ਮੈਨੂੰ ਖੁਸ਼ੀ ਸੀ ਕਿ ਰਣਦੀਪ ਨੇ ਮੇਰਾ ਸਾਥ ਦਿੱਤਾ ਤੇ ਮੇਰੇ 'ਤੇ ਭਰੋਸਾ ਕੀਤਾ। ਜਿੱਥੇ ਅਸੀਂ ਮਕਾਨ ਕਿਰਾਏ 'ਤੇ ਲਿਆ ਸੀ, ਉੱਥੇ ਕੋਲ ਹੀ ਇੱਕ ਛੋਟਾ ਜਿਹਾ ਹਸਪਤਾਲ ਸੀ, ਜਿੱਥੇ ਕਿ ਪ੍ਰੈਗਨੈਂਟ ਔਰਤਾਂ ਆਉਂਦੀਆਂ ਸਨ ਤੇ ਉਹਨਾਂ ਦੀ ਡਿਲੀਵਰੀ ਦੇ ਕੇਸ ਵੀ ਆਉਂਦੇ ਸਨ।
ਫਿਰ ਮੈਂ ਇੱਕ ਦਿਨ ਵੇਖਿਆ ਕਿ ਹਸਪਤਾਲ ਦੇ ਬੋਰਡ 'ਤੇ ਲਿਖਿਆ ਹੋਇਆ ਸੀ ਕਿ ਲੇਬਰ ਰੂਮ ਦੀ ਸਫਾਈ ਲਈ ਇੱਕ ਔਰਤ ਦੀ ਜ਼ਰੂਰਤ ਹੈ। ਮੈਂ ਰਣਦੀਪ ਨੂੰ ਕਿਹਾ ਕਿ ਮੈਂ ਇਹ ਨੌਕਰੀ ਕਰਨਾ ਚਾਹੁੰਦੀ ਹਾਂ। ਤਾਂ ਮੇਰੀ ਗੱਲ ਸੁਣ ਕੇ ਉਹ ਹੈਰਾਨ ਹੋ ਗਏ ਅਤੇ ਕਹਿਣ ਲੱਗੇ ਕਿ ਤੈਨੂੰ ਕਿਸ ਚੀਜ਼ ਦੀ ਕਮੀ ਆ ਜੋ ਤੂੰ ਇਹ ਨੌਕਰੀ ਕਰਨਾ ਚਾਹੁੰਦੀ ਆ। ਮੈਂ ਬੜੀ ਨਰਮੀ ਨਾਲ ਕਿਹਾ ਕਿ ਹੋ ਸਕਦਾ ਜੇ ਮੈਂ ਇਸ ਹਾਲ ਵਿੱਚ ਔਰਤਾਂ ਦੀ ਸੇਵਾ ਕਰਾਂ ਤਾਂ ਸ਼ਾਇਦ ਰੱਬ ਮੈਨੂੰ ਵੀ ਬੱਚਾ ਦੇ ਦੇਵੇ। ਰਣਦੀਪ ਮੇਰੇ ਦੁੱਖ ਨੂੰ ਚੰਗੀ ਤਰ੍ਹਾਂ ਸਮਝਦੇ ਸਨ, ਇਸ ਲਈ ਉਹ ਕਹਿਣ ਲੱਗੇ ਕਿ ਜਿਵੇਂ ਤੇਰਾ ਮਨ ਕਰੇ ਉਵੇਂ ਹੀ ਕਰ ਲੈ, ਪਰ ਇੱਕ ਗੱਲ ਹਮੇਸ਼ਾ ਯਾਦ ਰੱਖੀ, ਬੱਚਾ ਹੋਣਾ ਜਾਂ ਨਾ ਹੋਣਾ ਤੇਰੇ ਹੱਥ ਵਿੱਚ ਨਹੀਂ ਆ, ਇਹ ਤਾਂ ਰੱਬ ਦੇ ਹੱਥ ਵਿੱਚ ਆ। ਜੋ ਆਪਣੀ ਕਿਸਮਤ ਵਿੱਚ ਲਿਖਿਆ ਹੈ ਉਹੀ ਹੋਵੇਗਾ। ਮੈਂ ਆਪਣੇ ਪਤੀ ਦੇ ਇਸੇ ਪਿਆਰ ਸਹਾਰੇ ਜਿਉਂਦੀ ਸੀ, ਨਹੀਂ ਤਾਂ ਲੋਕਾਂ ਦੇ ਰਵੱਈਏ ਨਾਲ ਤਾਂ ਮੈਨੂੰ ਜਿਉਂਦੇ ਜੀ ਮਾਰ ਦਿੱਤਾ ਸੀ। ਮੈਂ ਅਗਲੇ ਦਿਨ ਹਸਪਤਾਲ ਜਾ ਕੇ ਡਾਕਟਰ ਨਾਲ ਗੱਲ ਕੀਤੀ ਅਤੇ ਮੈਨੂੰ ਲੇਬਰ ਰੂਮ ਦਾ ਕੰਮ ਮਿਲ ਗਿਆ ਸੀ। ਉੱਥੇ ਕੰਮ ਕਰਕੇ ਮੈਨੂੰ ਅਜੀਬ ਜਿਹਾ ਸਕੂਨ ਮਿਲਦਾ। ਮੈਂ ਉੱਥੇ ਬੱਚੇ ਪੈਦਾ ਹੁੰਦੇ ਵੇਖਦੀ ਅਤੇ ਹਮੇਸ਼ਾ ਰੱਬ ਅੱਗੇ ਅਰਦਾਸ ਕਰਦੀ ਕਿ ਅਜਿਹਾ ਪਲ ਮੇਰੀ ਜ਼ਿੰਦਗੀ ਵਿੱਚ ਵੀ ਆ ਜਾਵੇ। ਮੈਂ ਉੱਥੇ ਆਉਣ ਵਾਲੀਆਂ ਔਰਤਾਂ ਤੋਂ ਵੀ ਆਪਣੇ ਲਈ ਅਰਦਾਸ ਕਰਵਾਉਂਦੀ। ਕਦੇ ਕਦੇ ਕਿਸੇ ਬੱਚੇ ਨੂੰ ਚੁੱਕ ਕੇ ਆਪਣੀ ਮਮਤਾ ਦੀ ਪਿਆਸ ਬੁਝਾਉਂਦੀ। ਮੇਰੇ ਸਸੁਰਾਲ ਵਾਲਿਆਂ ਨਾਲ ਹੁਣ ਮੇਰਾ ਕੋਈ ਸਬੰਧ ਨਹੀਂ ਸੀ। ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ। ਇੱਕ ਦਿਨ ਡਾਕਟਰ ਛੁੱਟੀ 'ਤੇ ਸੀ। ਅਚਾਨਕ ਇੱਕ ਕੁੜੀ ਜੋ ਕੋਈ 20 ਕੁ ਸਾਲ ਦੀ ਸੀ ਦਰਦ ਨਾਲ ਤੜਪਦੀ ਹੋਈ ਅੰਦਰ ਆਈ। ਉਹ ਬਿਲਕੁਲ ਇਕੱਲੀ ਸੀ। ਉਹ ਕਿਸੇ ਵੀ ਸਮੇਂ ਬੱਚੇ ਨੂੰ ਜਨਮ ਦੇ ਸਕਦੀ ਸੀ। ਉਸ ਦੀ ਹਾਲਤ ਬਹੁਤ ਖਰਾਬ ਸੀ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹ ਇਸ ਹਾਲਤ ਵਿੱਚ ਵੀ ਇਕੱਲੀ ਆਈ ਸੀ। ਉਸ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਲਿਆ ਅਤੇ ਕਹਿਣ ਲੱਗੀ ਕਿ ਦੀਦੀ ਮੇਰੀ ਇੱਕ ਮਦਦ ਕਰਨਾ, ਮੈਂ ਜ਼ਿੰਦਗੀ ਭਰ ਤੇਰੀ ਅਹਿਸਾਨਮੰਦ ਰਹਾਂਗੀ। ਮੈਂ ਉਸ ਨੂੰ ਪੁੱਛਿਆ ਕਿ ਕੀ ਗੱਲ ਆ। ਮੈਥੋਂ ਜੋ ਹੋ ਸਕਿਆ ਮੈਂ ਜ਼ਰੂਰ ਕਰਾਂਗੀ। ਉਹ ਕਹਿਣ ਲੱਗੀ ਕਿ ਮੈਂ ਜਿਵੇਂ ਹੀ ਬੱਚੇ ਨੂੰ ਜਨਮ ਦੇਵਾਂ ਮੇਰਾ ਬੱਚਾ ਲੈ ਕੇ ਚਲੀ ਜਾਵੀਂ, ਉਸ ਨੂੰ ਕਿਸੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾ ਦੇਵੀਂ, ਚਾਹੇ ਤਾਂ ਕਿਸੇ ਅਨਾਥ ਆਸ਼ਰਮ ਵਿੱਚ ਛੱਡ ਆਵੀਂ। ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਕਿ ਕੋਈ ਮਾਂ ਆਪਣਾ ਬੱਚਾ ਇਸ ਤਰ੍ਹਾਂ ਕਿਵੇਂ ਕਿਸੇ ਨੂੰ ਦੇ ਸਕਦਾ ਹੈ। ਉਸ ਦੀ ਹਾਲਤ ਬਹੁਤ ਖਰਾਬ ਸੀ, ਇਸ ਲਈ ਮੈਂ ਉਸ ਨੂੰ ਜ਼ਿਆਦਾ ਸਵਾਲ ਜਵਾਬ ਨਹੀਂ ਕੀਤੇ। ਡਾਕਟਰ ਦੇ ਆਉਣ ਤੋਂ ਪਹਿਲਾਂ ਹੀ ਉਸ ਦੀ ਡਿਲੀਵਰੀ ਹੋ ਗਈ। ਉੱਥੇ ਮੌਜੂਦ ਨਰਸ ਨੇ ਉਸ ਦੀ ਡਿਲੀਵਰੀ ਕੀਤੀ। ਇੰਨੇ ਸਮੇਂ ਵਿੱਚ ਵੀ ਉਹ ਬਹੁਤ ਕੁਝ ਸਿੱਖ ਚੁੱਕੀ ਸੀ। ਕੁਝ ਦੇਰ ਬਾਅਦ ਉਹ ਨਰਸ ਆਪਣੇ ਹਿੱਸੇ ਦਾ ਕੰਮ ਕਰਕੇ ਚਲੀ ਗਈ। ਉੱਥੇ ਸਿਰਫ ਮੈਂ ਅਤੇ ਉਹ ਕੁੜੀ ਹੀ ਸੀ। 3 ਘੰਟੇ ਬਾਅਦ ਉਸ ਕੁੜੀ ਦੀ ਹਾਲਤ ਠੀਕ ਹੋਈ ਤਾਂ ਉਹ ਖਾਮੋਸ਼ੀ ਨਾਲ ਉੱਥੋਂ ਉੱਠੀ ਅਤੇ ਬਿਨਾਂ ਆਪਣੀ ਬੱਚੀ 'ਤੇ ਨਜ਼ਰ ਮਾਰੇ ਹੀ ਉੱਥੋਂ ਚਲੀ ਗਈ। ਉਸ ਨੇ ਇੱਕ ਬਹੁਤ ਹੀ ਸੋਹਣੀ ਅਤੇ ਪਿਆਰੀ ਬੱਚੀ ਨੂੰ ਜਨਮ ਦਿੱਤਾ ਸੀ। ਮੈਂ ਜਲਦੀ ਨਾਲ ਉਸ ਬੱਚੀ ਨੂੰ ਛੁਪਾਇਆ ਅਤੇ ਘਰ ਆ ਗਈ। ਮੈਨੂੰ ਉਹ ਕੁੜੀ ਬਹੁਤ ਹੀ ਅਜੀਬ ਲੱਗੀ ਜਿਸ ਨੇ ਚੁੱਪਚਾਪ ਆ ਕੇ ਬੱਚੀ ਨੂੰ ਜਨਮ ਦਿੱਤਾ ਅਤੇ ਉਸ ਨੂੰ ਮੇਰੀ ਝੋਲੀ ਵਿੱਚ ਪਾ ਕੇ ਚੁੱਪਚਾਪ ਹੀ ਚਲੀ ਗਈ। ਪਰ ਖੈਰ ਜੋ ਵੀ ਸੀ, ਮੇਰੇ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਸੀ। ਮੈਨੂੰ ਇੱਕ ਪਿਆਰੀ ਅਤੇ ਖੂਬਸੂਰਤ ਬੱਚੀ ਮਿਲ ਗਈ ਸੀ। ਜਦੋਂ ਮੇਰਾ ਪਤੀ ਸ਼ਾਮ ਨੂੰ ਘਰ ਆਇਆ ਤਾਂ ਉਹ ਮੈਨੂੰ ਬੱਚੇ ਨਾਲ ਖੇਡਦਾ ਵੇਖ ਕੇ ਹੈਰਾਨ ਹੋ ਗਿਆ ਅਤੇ ਘਬਰਾ ਕੇ ਕਹਿਣ ਲੱਗਿਆ ਕਿ ਤੂੰ ਕਿਸ ਦਾ ਬੱਚਾ ਚੁੱਕ ਕੇ ਲੈ ਆਈ ਆ। ਮੈਂ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਿਆ। ਕਹਿਣ ਲੱਗਿਆ ਪਤਾ ਨਹੀਂ ਕੌਣ ਕੁੜੀ ਸੀ, ਭਲਾ ਕੋਈ ਆਪਣੀ ਬੱਚੀ ਇਸ ਤਰ੍ਹਾਂ ਕਿਵੇਂ ਛੱਡ ਕੇ ਜਾ ਸਕਦਾ ਸੀ। ਤੂੰ ਉਸ ਤੋਂ ਕੁਝ ਪੁੱਛਣਾ ਤਾਂ ਸੀ, ਜੇ ਬਾਅਦ ਵਿੱਚ ਉਹ ਆਪਣੇ 'ਤੇ ਕੋਈ ਇਲਜ਼ਾਮ ਲਗਾ ਦੇਵੇ। ਤਾਂ ਮੈਂ ਰਣਦੀਪ ਨੂੰ ਨਾਰਾਜ਼ ਹੋ ਕੇ ਕਹਿਣ ਲੱਗੀ ਕਿ ਰੱਬ ਨੇ ਮੇਰੀ ਪ੍ਰਾਰਥਨਾ ਸੁਣ ਲਈ ਆ। ਉਹ ਆਪਣੀ ਮਰਜ਼ੀ ਨਾਲ ਮੈਨੂੰ ਇਹ ਬੱਚੀ ਦੇ ਕੇ ਗਈ ਆ। ਤੁਹਾਨੂੰ ਕੀ ਪਰੇਸ਼ਾਨੀ ਆ? ਜੇ ਉਹ ਕੁੜੀ ਇਸ ਬੱਚੀ ਨੂੰ ਮੈਥੋਂ ਵਾਪਸ ਹੀ ਲੈਣਾ ਚਾਹੁੰਦੀ ਤਾਂ ਮੇਰੀ ਗੋਦ ਵਿੱਚ ਕਿਉਂ ਪਾਉਂਦੀ? ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਬੱਚੀ ਮੇਰੇ ਕੋਲ ਹੈ ਜਾਂ ਉਸ ਨੇ ਤਾਂ ਮੈਨੂੰ ਇਸ ਬੱਚੀ ਨੂੰ ਕਿਸੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਉਣ ਨੂੰ ਹੀ ਕਿਹਾ ਸੀ ਨਾ। ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਮੈਂ ਸਾਲਾਂ ਬਾਅਦ ਪੂਰੀ ਹੋ ਗਈ ਹਾਂ। ਤੁਸੀਂ ਮੇਰੀ ਖੁਸ਼ੀ 'ਤੇ ਗ੍ਰਹਿਣ ਕਿਉਂ ਲਗਾ ਰਹੇ ਹੋ? ਤੁਸੀਂ ਸਾਰੇ ਡਰ ਦਿਲ ਵਿੱਚੋਂ ਕੱਢ ਦਿਓ ਅਤੇ ਆਪਣੀ ਬੱਚੀ ਦਾ ਨਾਮ ਸੋਚ ਕੇ ਦੱਸੋ। ਮੈਂ ਉਸ ਬੱਚੀ ਨੂੰ ਪਿਆਰ ਨਾਲ ਚੁੱਕਿਆ। ਮੇਰੀ ਖੁਸ਼ੀ ਦੇਖ ਕੇ ਰਣਦੀਪ ਵੀ ਚੁੱਪ ਕਰ ਗਏ। ਅਸੀਂ ਉਸ ਦਾ ਨਾਮ ਮੁਸਕਾਨ ਰੱਖਿਆ ਕਿਉਂਕਿ ਉਹ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਬਣ ਕੇ ਆਈ ਸੀ, ਇਸ ਲਈ ਉਸ ਦਾ ਨਾਮ ਮੁਸਕਾਨ ਹੀ ਰੱਖ ਦਿੱਤਾ। ਅਸੀਂ ਸਭ ਨੂੰ ਇਹੀ ਦੱਸਿਆ ਕਿ ਇਹ ਬੱਚੀ ਸਾਡੀ ਹੀ ਹੈ, ਸਾਡਾ ਕੋਈ ਆਪਣਾ ਨਹੀਂ ਸੀ ਜੋ ਸਾਨੂੰ ਕੋਈ ਸਵਾਲ ਜਵਾਬ ਕਰਦਾ। ਮੈਂ ਉਸ ਹਸਪਤਾਲ ਵਿੱਚ ਕੰਮ ਕਰਨਾ ਛੱਡ ਦਿੱਤਾ ਅਤੇ ਉੱਥੋਂ ਰਹਿਣ ਲਈ ਵੀ ਦੂਰ ਚਲੇ ਗਏ ਤਾਂ ਉਹ ਕੁੜੀ ਆਪਣੀ ਬੱਚੀ ਨੂੰ ਲੱਭਦੀ ਹੋਈ ਉੱਥੇ ਨਾ ਪਹੁੰਚ ਜਾਵੇ ਅਤੇ ਮੈਥੋਂ ਬੱਚੀ ਨੂੰ ਖੋਹ ਕੇ ਨਾ ਲੈ ਜਾਵੇ।
ਹਾਲਾਂਕਿ ਮੈਨੂੰ ਯਕੀਨ ਸੀ ਕਿ ਉਹ ਕਦੇ ਨਹੀਂ ਆਵੇਗੀ, ਪਰ ਫਿਰ ਵੀ ਦਿਲ ਵਿੱਚ ਡਰ ਬੈਠਿਆ ਹੋਇਆ ਸੀ। ਦਿਨ ਗੁਜ਼ਰਦੇ ਗਏ। ਹੁਣ ਤਾਂ ਰਣਦੀਪ ਵੀ ਮੁਸਕਾਨ ਨੂੰ ਬਹੁਤ ਪਿਆਰ ਕਰਦੇ। ਮੁਸਕਾਨ ਨੂੰ ਸਾਡੀ ਜ਼ਿੰਦਗੀ ਵਿੱਚ ਆਏ ਹਜੇ 6 ਕੁ ਮਹੀਨੇ ਹੀ ਹੋਏ ਸਨ। ਸਾਡੀ ਜ਼ਿੰਦਗੀ ਦੀ ਤਾਂ ਕਾਇਆ ਹੀ ਪਲਟ ਗਈ ਸੀ। ਰਣਦੀਪ ਦਾ ਕੰਮ ਚੰਗਾ ਚੱਲਣ ਲੱਗਿਆ। ਵੇਖਦੇ ਹੀ ਵੇਖਦੇ ਸਾਡੇ ਹਾਲਾਤ ਬਦਲ ਗਏ। ਕਿਰਾਏ ਦੇ ਘਰ ਤੋਂ ਅਸੀਂ ਆਪਣੇ ਮਕਾਨ ਵਿੱਚ ਪਹੁੰਚ ਗਏ। ਸੁਵਿਧਾ ਦਾ ਹਰ ਛੋਟਾ ਵੱਡਾ ਸਮਾਨ ਖਰੀਦ ਲਿਆ। ਸਭ ਤੋਂ ਵੱਡੀ ਗੱਲ ਸੀ ਕਿ ਮੇਰੀ ਮਮਤਾ ਵੀ ਸ਼ਾਂਤ ਹੋ ਗਈ ਸੀ। 2 ਸਾਲ ਅੱਖ ਝਪਕਦੇ ਹੀ ਲੰਘ ਗਏ। ਮੈਂ ਹਰ ਵੇਲੇ ਰੱਬ ਦਾ ਸ਼ੁਕਰਾਨਾ ਕਰਦੀ ਕਿ ਮੁਸਕਾਨ ਦੇ ਰੂਪ ਵਿੱਚ ਸਾਡੇ ਵਿਹੜੇ ਖੁਸ਼ੀਆਂ ਆ ਗਈਆਂ। ਇੱਕ ਦਿਨ ਪੂਰੇ 10 ਸਾਲ ਬਾਅਦ ਸਾਡੇ ਘਰ ਦਾ ਦਰਵਾਜ਼ਾ ਖੜਕਿਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰੀ ਸੱਸ ਖੜੀ ਸੀ। ਮੈਂ ਆਪਣੀ ਸੱਸ ਨੂੰ ਵੇਖ ਕੇ ਹੈਰਾਨ ਰਹਿ ਗਈ, ਪਰ ਉਹ ਰੋਂਦੇ ਹੋਏ ਮੈਥੋਂ ਮਾफ़ੀ ਮੰਗਣ ਲੱਗੀ ਅਤੇ ਮੈਨੂੰ ਦੱਸਣ ਲੱਗੀ ਕਿ ਛੋਟੀ ਨੂੰਹ ਨੇ ਮੈਨੂੰ ਘਰੋਂ ਕੱਢ ਦਿੱਤਾ ਆ। ਉਸਨੇ ਸਾਰੀ ਜਾਇਦਾਦ ਵੀ ਧੋਖੇ ਨਾਲ ਆਪਣੇ ਬੱਚੇ ਦੇ ਨਾਮ ਕਰਵਾ ਲਈ ਆ ਅਤੇ ਖਾਲੀ ਹੱਥ ਮੈਨੂੰ ਘਰੋਂ ਕੱਢ ਦਿੱਤਾ। ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿਉਂਕਿ ਉਹਨਾਂ ਕੋਲ ਕੋਈ ਦੂਸਰਾ ਸਹਾਰਾ ਨਹੀਂ ਸੀ। ਉਹ ਬਹੁਤ ਮੁਸ਼ਕਿਲ ਨਾਲ ਸਾਡਾ ਘਰ ਲੱਭਦੀ ਹੋਈ ਇੱਥੋਂ ਤੱਕ ਪਹੁੰਚੀ ਸੀ। ਆਪਣੀ ਸੱਸ ਦੀ ਹਾਲਤ ਵੇਖ ਕੇ ਮੈਂ ਵੀ ਪਰੇਸ਼ਾਨ ਹੋ ਗਈ ਸੀ। ਮੈਂ ਉਸ ਨੂੰ ਚਾਹ ਪਾਣੀ ਦਿੱਤਾ। ਜਦੋਂ ਉਸਨੇ ਮੁਸਕਾਨ ਨੂੰ ਵੇਖਿਆ ਤਾਂ ਉਹ ਹੈਰਾਨ ਹੋ ਗਈ। ਫਿਰ ਮੈਂ ਉਸ ਨੂੰ ਦੱਸਿਆ ਕਿ ਮੁਸਕਾਨ ਮੇਰੀ ਬੇਟੀ ਆ। ਤਾਂ ਇਹ ਗੱਲ ਸੁਣ ਕੇ ਉਹ ਹੈਰਾਨ ਹੋਣ ਦੇ ਨਾਲ ਨਾਲ ਖੁਸ਼ ਵੀ ਹੋ ਗਈ। ਉਸਨੇ ਮੁਸਕਾਨ ਨੂੰ ਉੱਠ ਕੇ ਗਲੇ ਲਗਾਇਆ ਅਤੇ ਰੋਂਦੇ ਹੋਏ ਕਹਿਣ ਲੱਗੀ ਕਿ ਮੈਂ ਬਹੁਤ ਬੁਰੀ ਔਰਤ ਹਾਂ, ਮੈਂ ਤੇਰੇ 'ਤੇ ਬਹੁਤ ਜ਼ੁਲਮ ਕੀਤੇ ਹਨ। ਮੈਂ ਆਪਣੀ ਸੱਸ ਨੂੰ ਤਸੱਲੀ ਦਿੱਤੀ ਕਿ ਮੈਂ ਉਸ ਨੂੰ ਮਾफ़ ਕਰ ਦਿੱਤਾ ਆ। ਮੈਂ ਕਿਹਾ ਤੁਸੀਂ ਆਰਾਮ ਨਾਲ ਇਸ ਘਰ ਵਿੱਚ ਰਹਿ ਸਕਦੇ ਹੋ। ਮੁਸਕਾਨ ਵੀ ਆਪਣੀ ਦਾਦੀ ਨੂੰ ਮਿਲ ਕੇ ਖੁਸ਼ ਸੀ। ਉਹ ਆਪਣੀ ਦਾਦੀ ਨਾਲ ਗੱਲ ਵਿੱਚ ਵਿਅਸਤ ਹੋ ਗਈ। ਸ਼ਾਮ ਨੂੰ ਰਣਦੀਪ ਘਰ ਆਏ ਤਾਂ ਉਹ ਵੀ ਆਪਣੀ ਮਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਇਸ ਤਰ੍ਹਾਂ ਹੀ ਹੱਸਦੇ ਖੇਡਦੇ ਦਿਨ ਗੁਜ਼ਰ ਰਹੇ ਸਨ। ਇੱਕ ਦਿਨ ਮੈਂ ਕੁਝ ਸਮਾਨ ਖਰੀਦਣ ਲਈ ਬਾਜ਼ਾਰ ਗਈ ਤਾਂ ਇੱਕ ਔਰਤ ਮੇਰੇ ਨਾਲ ਟਕਰਾ ਗਈ। ਮੈਂ ਤਾਂ ਉਸ ਨੂੰ ਪਹਿਲੀ ਨਜ਼ਰ ਵਿੱਚ ਹੀ ਪਹਿਚਾਣ ਗਈ ਸੀ। ਇਹ ਤਾਂ ਉਹੀ ਔਰਤ ਸੀ ਜਿਸ ਨੇ ਮੁਸਕਾਨ ਨੂੰ ਮੇਰੀ ਝੋਲੀ ਵਿੱਚ ਪਾਇਆ ਸੀ। ਉਸ ਔਰਤ ਨੂੰ ਵੇਖ ਕੇ ਮੇਰਾ ਸਾਹ ਉੱਥੇ ਹੀ ਰੁਕ ਗਿਆ। ਮੈਂ ਤਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਔਰਤ ਜ਼ਿੰਦਗੀ ਵਿੱਚ ਦੁਬਾਰਾ ਮੇਰੇ ਨਾਲ ਟਕਰਾ ਜਾਵੇਗੀ। ਉਸ ਔਰਤ ਦੀ ਹਾਲਤ ਬਹੁਤ ਖਰਾਬ ਸੀ। ਉਹ ਫੁੱਟਪਾਥ 'ਤੇ ਵਿਛੇ ਹੋਏ ਇੱਕ ਕੰਬਲ 'ਤੇ ਬੈਠੀ ਸੀ। ਉਸ ਕੋਲ ਇੱਕ ਆਦਮੀ ਵੀ ਪਿਆ ਸੀ। ਉਹ ਜਲਦੀ ਨਾਲ ਮੇਰੇ ਕੋਲ ਆਈ। ਉਸ ਦੀਆਂ ਅੱਖਾਂ ਨਮ ਹੋ ਗਈਆਂ ਸਨ। ਉਸਨੇ ਹੌਲੀ ਆਵਾਜ਼ ਵਿੱਚ ਪੁੱਛਿਆ ਕਿ ਮੇਰੀ ਬੇਟੀ ਕਿਵੇਂ ਹੈ। ਮੈਂ ਡਰ ਗਈ ਅਤੇ ਡਰਦੇ ਡਰਦੇ ਉਸ ਨੂੰ ਦੱਸਿਆ ਕਿ ਉਸ ਦੀ ਬੇਟੀ ਬਿਲਕੁਲ ਠੀਕ ਆ। ਇਹ ਗੱਲ ਸੁਣ ਕੇ ਉਹ ਮੁਸਕਰਾਈ ਅਤੇ ਕਹਿਣ ਲੱਗੀ ਕਿ ਮੇਰੇ ਪਤੀ ਨੂੰ ਬੇਟੇ ਦੀ ਆਸ ਸੀ। ਉਹ ਹਰ ਹਾਲਤ ਵਿੱਚ ਬੇਟਾ ਚਾਹੁੰਦਾ ਸੀ, ਪਰ ਮੈਨੂੰ ਪ੍ਰੈਗਨੈਂਸੀ ਦੌਰਾਨ ਪਤਾ ਚੱਲ ਗਿਆ ਸੀ ਕਿ ਮੈਂ ਇੱਕ ਬੇਟੀ ਨੂੰ ਜਨਮ ਦੇਣ ਵਾਲੀ ਹਾਂ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਮੇਰੇ ਪਤੀ ਨੇ ਕਿਹਾ ਸੀ ਕਿ ਜੇ ਮੈਂ ਬੇਟੀ ਨੂੰ ਜਨਮ ਦਿੱਤਾ ਤਾਂ ਉਹ ਮੈਨੂੰ ਅਤੇ ਉਸ ਬੱਚੀ ਨੂੰ ਘਰੋਂ ਕੱਢ ਦੇਵੇਗਾ। ਜਦੋਂ ਮੇਰੀ ਡਿਲੀਵਰੀ ਦਾ ਸਮਾਂ ਆਇਆ ਤਾਂ ਮੈਂ ਆਪਣੇ ਪਤੀ ਨੂੰ ਦੱਸੇ ਬਿਨਾਂ ਹਸਪਤਾਲ ਆ ਗਈ। ਮੈਂ ਉੱਥੇ ਆ ਕੇ ਬੇਟੀ ਨੂੰ ਜਨਮ ਦਿੱਤਾ ਅਤੇ ਮੇਰੀ ਆਖਰੀ ਉਮੀਦ ਵੀ ਖਤਮ ਹੋ ਗਈ। ਤੂੰ ਮੈਨੂੰ ਚੰਗੀ ਔਰਤ ਲੱਗੀ, ਇਸ ਲਈ ਮੈਂ ਆਪਣੀ ਬੱਚੀ ਨੂੰ ਤੇਰੇ ਹਵਾਲੇ ਕਰ ਦਿੱਤਾ। ਘਰ ਆ ਕੇ ਪਤੀ ਨੂੰ ਕਹਿ ਦਿੱਤਾ ਕਿ ਮੈਂ ਇੱਕ ਮਰੀ ਹੋਈ ਬੱਚੀ ਨੂੰ ਜਨਮ ਦਿੱਤਾ ਸੀ। ਮੇਰੇ ਪਤੀ ਨੂੰ ਤਾਂ ਵੈਸੇ ਵੀ ਬੱਚੀ ਨਹੀਂ ਚਾਹੀਦੀ ਸੀ, ਇਸ ਲਈ ਉਸ ਨੂੰ ਕੋਈ ਫਰਕ ਨਹੀਂ ਪਿਆ। ਰੱਬ ਦੀ ਕਰਨੀ ਅਜਿਹੀ ਹੋਈ ਕਿ ਮੈਂ ਫਿਰ ਪ੍ਰੈਗਨੈਂਟ ਹੋ ਗਈ ਅਤੇ ਇਸ ਵਾਰ ਮੈਂ ਬੇਟੇ ਨੂੰ ਜਨਮ ਦਿੱਤਾ। ਮੇਰਾ ਪਤੀ ਬਹੁਤ ਖੁਸ਼ ਸੀ, ਪਰ ਮੇਰਾ ਬੇਟਾ ਜ਼ਿਆਦਾ ਸਮੇਂ ਤੱਕ ਜਿਉਂਦਾ ਨਾ ਰਹਿ ਸਕਿਆ। ਛੇਤੀ ਉਹ ਰੱਬ ਨੂੰ ਪਿਆਰਾ ਹੋ ਗਿਆ ਅਤੇ ਮੈਂ ਫਿਰ ਕਦੇ ਮਾਂ ਨਾ ਬਣ ਸਕੀ। ਅਸੀਂ ਬੇਔਲਾਦ ਹੀ ਰਹਿ ਗਏ। ਰੱਬ ਨੇ ਸਾਡੀ ਸਜ਼ਾ ਘੱਟ ਨਹੀਂ ਕੀਤੀ ਅਤੇ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਅਤੇ ਸਾਡਾ ਸਾਰਾ ਕੁਝ ਉਹਨਾਂ ਦੇ ਇਲਾਜ ਵਿੱਚ ਖਤਮ ਹੋ ਗਿਆ। ਹੁਣ ਮੇਰੇ ਕੋਲ ਕੁਝ ਨਹੀਂ ਹੈ। ਸੜਕ 'ਤੇ ਬੈਠ ਕੇ ਭੀਖ ਮੰਗਦੀ ਹਾਂ। ਉਹ ਰੋਂਦੇ ਹੋਏ ਮੈਨੂੰ ਸਭ ਕੁਝ ਦੱਸ ਰਹੀ ਸੀ ਅਤੇ ਨਾਲ ਹੀ ਬੇਨਤੀ ਕਰ ਰਹੀ ਸੀ ਕਿ ਮੇਰੀ ਬੇਟੀ ਨੂੰ ਹਮੇਸ਼ਾ ਖੁਸ਼ ਰੱਖਣਾ, ਉਸ ਨੂੰ ਕਦੇ ਉਸਦੇ ਅਸਲੀ ਮਾਂ-ਬਾਪ ਬਾਰੇ ਨਾ ਦੱਸਣਾ, ਕਿਉਂਕਿ ਅਸੀਂ ਉਸਦੇ ਮਾਂ-ਬਾਪ ਕਹਿਲਾਉਣ ਦੇ ਲਾਇਕ ਨਹੀਂ ਹਾਂ। ਰੱਬ ਨੇ ਸਾਡੇ ਸਾਰੇ ਕਰਮਾਂ ਦੀ ਸਜ਼ਾ ਦਿੱਤੀ ਹੈ। ਬਸ ਮੇਰੀ ਬੇਟੀ ਜਿੱਥੇ ਵੀ ਰਹੇ ਖੁਸ਼ ਰਹੇ। ਮੈਂ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਸਦੀ ਬੇਟੀ ਹਮੇਸ਼ਾ ਖੁਸ਼ ਰੱਖਾਂਗੀ। ਮੈਂ ਉਸ ਨੂੰ ਉਸਦੇ ਪਤੀ ਦੇ ਇਲਾਜ ਲਈ ਕੁਝ ਪੈਸੇ ਵੀ ਦਿੱਤੇ। ਉਹ ਰੋਂਦੇ ਹੋਏ ਕਹਿਣ ਲੱਗੀ ਕਿ ਮੈਂ ਤੇਰਾ ਅਹਿਸਾਨ ਕਦੇ ਨਹੀਂ ਭੁੱਲਾਂਗੀ। ਮੈਂ ਉਸ ਨੂੰ ਕੀ ਦੱਸਦੀ ਕਿ ਅਹਿਸਾਨ ਤਾਂ ਉਸਨੇ ਮੇਰੇ 'ਤੇ ਕੀਤਾ ਹੈ, ਮੇਰੀ ਸੁੰਨੀ ਗੋਦ ਭਰ ਕੇ, ਮੇਰੀ ਮਾਂ ਬਣਨ ਦਾ ਸੁੱਖ ਦੇ ਕੇ
मैं घर वापस आ गई। ਇਹ ਤਾਂ ਰੱਬ ਦੀ ਮਰਜ਼ੀ ਹੈ, ਚਾਹੇ ਕਿਸੇ ਨੂੰ ਬੇਟਾ ਦੇਵੇ ਜਾਂ ਬੇਟੀ, ਜਿਸ ਨੂੰ ਚਾਹੇ ਬੇਔਲਾਦ ਰੱਖੇ। ਫਿਰ ਸਾਡੀ ਕੀ ਹੈਸੀਅਤ ਕਿ ਅਸੀਂ ਕਿਸੇ 'ਤੇ ਇਲਜ਼ਾਮ ਲਗਾਈਏ। ਅਸੀਂ ਕਿਉਂ ਨਹੀਂ ਰੱਬ ਦੀ ਮਰਜ਼ੀ ਵਿੱਚ ਖੁਸ਼ ਰਹਿ ਸਕਦੇ। ਰੱਬ ਸਾਡੇ ਲਈ ਜੋ ਵੀ ਕਰਦਾ ਉਹ ਚੰਗਾ ਹੀ ਕਰਦਾ ਹੈ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਛੋਟੀ ਜਿਹੀ ਕਹਾਣੀ। ਜੇ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ ਜੀ।